ਪਿਆਰੇ ਸਾਥੀਓ, ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪੰਜਾਬ ਐਗਜ਼ਾਮ ਵਾਰੀਅਰ ਦੇ ਉੱਤੇ। ਦੋਸਤੋ, ਜਿਸ ਟੌਪਿਕ ਬਾਰੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਉਸ ਟੌਪਿਕ ਦਾ ਨਾਮ ਹੈ ਪ੍ਰੀਐਂਬਲ ਆਫ ਦਾ ਕੌਂਸਟੀਟਿਊਸ਼ਨ, ਕਿ ਜਿਹੜਾ ਸਾਡਾ ਭਾਰਤੀ ਸੰਵਿਧਾਨ ਹੈ ਉਹਦੀ ਪ੍ਰਸਤਾਵਨਾ ਕੀ ਹੈ। ਪ੍ਰਸਤਾਵਨਾ ਦਾ ਭਾਵ ਆਪਾਂ ਇੱਥੇ ਇਹ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਆਪਾਂ ਕੋਈ ਕਿਤਾਬ ਲੈਣੀ ਹੋਵੇ ਤਾਂ ਕਿਤਾਬ ਦਾ ਜਿਹੜਾ ਪਹਿਲਾ ਆਪਾਂ ਜਿਲਦ ਤੋਂ ਬਾਅਦ ਪੰਨਾ ਖੋਲ੍ਹ ਕੇ ਵੇਖਦੇ ਹਾਂ ਤਤਕਰੇ ਵਾਲਾ, ਤਾਂ ਸਾਨੂੰ ਉੱਥੇ ਪਤਾ ਲੱਗ ਜਾਂਦਾ ਕਿ ਇਸ ਕਿਤਾਬ ਦਾ ਜਿਹੜਾ ਮਟੀਰੀਅਲ ਹੈ ਇਹਦੇ ਵਿੱਚ ਕੀ ਕੁਛ ਹੈ, ਤਾਂ ਅਸੀਂ ਉੱਥੋਂ ਕਿਤਾਬ ਨੂੰ ਜੱਜ ਕਰ ਲੈਂਦੇ ਹਾਂ। ਉਸੇ ਤਰ੍ਹਾਂ ਜਿਹੜਾ ਭਾਰਤੀ ਸੰਵਿਧਾਨ ਹੈ ਇਹਦੀ ਇੱਕ ਪ੍ਰਸਤਾਵਨਾ ਹੈ। ਪ੍ਰਸਤਾਵਨਾ ਦੇ ਵਿੱਚ ਸਾਨੂੰ ਪਤਾ ਲੱਗ ਜਾਂਦਾ ਕਿ ਇਹਦੀ ਰੂਪ ਰੇਖਾ ਕੀ ਹੈ ਜਾਂ ਪੂਰੇ ਸੰਵਿਧਾਨ ਦੇ ਵਿੱਚ ਕਿਸ ਤਰ੍ਹਾਂ ਦਾ ਵਿਧੀ ਵਿਧਾਨ ਹੈ। ਸੋ ਦੋਸਤੋ, ਇਸ ਵੀਡੀਓ ਨੂੰ ਤੁਸੀਂ ਅੰਤ ਤੱਕ ਜ਼ਰੂਰ ਦੇਖਣਾ ਹੈ। ਤਾਂ ਆਪਾਂ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਇਹ ਵੀਡੀਓ। ਸਭ ਤੋਂ ਪਹਿਲਾਂ ਇੱਥੇ ਪੁਆਇੰਟ ਇਹ ਆ ਜਾਂਦਾ ਕਿ ਜਿਹੜਾ ਅਮਰੀਕਾ ਹੈ, ਅਮਰੀਕਾ ਦਾ ਜਦੋਂ ਕੌਂਸਟੀਟਿਊਸ਼ਨ ਬਣਿਆ ਤਾਂ ਸਭ ਤੋਂ ਪਹਿਲਾਂ ਪੂਰੇ ਸੰਸਾਰ ਦੇ ਵਿੱਚ ਪ੍ਰਸਤਾਵਨਾ ਨੂੰ ਅਡੋਪਟ ਕਰਨ ਵਾਲਾ ਜਿਹੜਾ ਦੇਸ਼ ਹੈ ਉਹ ਅਮਰੀਕਾ ਹੈ। ਆਪਾਂ ਇਹ ਗੱਲ ਯਾਦ ਰੱਖਣੀ ਹੈ ਕਿ ਜਿਹੜਾ ਸਭ ਤੋਂ ਪਹਿਲਾਂ ਕੌਂਸਟੀਟਿਊਸ਼ਨ ਦੇ ਵਿੱਚ ਪ੍ਰਸਤਾਵਨਾ ਨੂੰ ਅਡੋਪਟ ਕਰਨ ਵਾਲਾ ਦੇਸ਼ ਹੈ ਉਹ ਹੈਗਾ ਅਮਰੀਕਾ। ਇਸ ਤੋਂ ਬਾਅਦ ਐਨ.ਏ. ਪਲਖੀ ਵਾਲਾ ਇੱਕ ਐਮੀਨੈਂਟ ਜੂਰੀਸਟ ਸੀਗਾ। ਆਪਾਂ ਕਹਿ ਸਕਦੇ ਹਾਂ ਕਿ ਇੱਕ ਬਹੁਤ ਵੱਡਾ ਨਿਆਂ ਸ਼ਾਸਤਰੀ ਸੀਗਾ ਐਨ.ਏ. ਪਲਖੀ ਵਾਲਾ, ਜਿਹਨੇ ਸਾਡਾ ਜਿਹੜਾ ਪ੍ਰਸਤਾਵਨਾ ਹੈ ਉਹਨੂੰ ਆਇਡੈਂਟੀ ਕਾਰਡ ਆਫ ਦਾ ਕੌਂਸਟੀਟਿਊਸ਼ਨ ਕਿਹਾ, ਕਿ ਜਿਹੜਾ ਇਹ ਸਾਡੇ ਸੰਵਿਧਾਨ ਦਾ ਸ਼ਨਾਖਤੀ ਕਾਰਡ ਹੈ। ਇਹ ਐਨ.ਏ. ਪਲਖੀ ਵਾਲਾ ਨਾਂ ਦਾ ਜਿਹੜਾ ਨਿਆਂ ਸ਼ਾਸਤਰੀ ਸੀਗਾ ਉੱਚ ਕੋਟੀ ਦਾ, ਉਸਨੇ ਇਹ ਧਾਰਨਾ ਦਿੱਤੀ। ਇਸ ਤੋਂ ਬਾਅਦ ਆਪਾਂ ਪਹਿਲਾਂ ਗੱਲ ਕਰ ਲਈ ਸੀਗੀ ਕਿ ਇੱਕ ਆਬਜੈਕਟਿਵ ਰੈਜੂਲੇਸ਼ਨ ਪਾਸ ਹੋਇਆ ਸੀਗਾ 13 ਦਸੰਬਰ 'ਚ। ਆਪਾਂ ਮੀਟਿੰਗਾਂ ਪੜ੍ਹੀਆਂ ਇਸ ਤੋਂ ਪਹਿਲਾਂ ਕਿ ਇੱਕ 9 ਤਰੀਕ ਨੂੰ ਮੀਟਿੰਗ ਹੋਈ, ਇੱਕ 11 ਦਸੰਬਰ ਨੂੰ ਹੋਈ, ਅਤੇ ਇਸ ਤੋਂ ਬਾਅਦ ਜਿਹੜੀ ਤੀਜੀ ਮੀਟਿੰਗ ਹੋਈ ਸੀ 13 ਦਸੰਬਰ ਨੂੰ ਹੋਈ। ਤਾਂ 13 ਦਸੰਬਰ ਨੂੰ ਜਿਹੜਾ ਪੰਡਿਤ ਜਵਾਹਰ ਲਾਲ ਨਹਿਰੂ ਵੱਲੋਂ ਜਿਹੜੇ ਸੀਗੇ ਆਬਜੈਕਟਿਵ ਰੈਜੂਲੇਸ਼ਨ ਸੀਗਾ ਪੇਸ਼ ਕੀਤਾ ਗਿਆ ਸੀਗਾ, ਤਾਂ ਆਪਾਂ ਇਹ ਮੰਨ ਸਕਦੇ ਹਾਂ ਕਿ ਜਿਹੜਾ ਉਹ ਆਬਜੈਕਟਿਵ ਰੈਜੂਲੇਸ਼ਨ ਸੀਗਾ ਉਸੇ ਨੂੰ ਕਾਂਸਟੀਚਿਊਟ ਜਿਹੜੀ ਅਸੈਂਬਲੀ ਬਣੀ ਸੀ ਉਹਦੇ ਵਿੱਚ ਅਡੋਪਟ ਕਰ ਲਿਆ ਗਿਆ ਸੀਗਾ, ਜਿਹਦੇ ਵਿੱਚ ਪ੍ਰਸਤਾਵਨਾ ਦੀ ਧਾਰਨਾ ਸੀਗੀ ਕਿ ਜਿਹੜੀ ਸਾਡੀ ਪ੍ਰਸਤਾਵਨਾ ਉਹਦੇ ਵਿੱਚ ਕੀ ਕੁਛ ਇਨਕਲੂਡ ਹੋਊਗਾ। ਇਸ ਤੋਂ ਬਾਅਦ ਸਾਡੇ ਵਾਸਤੇ ਮੇਨ ਗੱਲ ਜਿਹੜੀ ਆਉਂਦੀ ਹੈ ਉਹ ਇਹ ਹੈ ਕਿ 42ਵੀਂ ਸੋਧ ਹੋਈ ਜਿਹੜੀ ਸਾਡੀ 1976 ਦੇ ਵਿੱਚ। ਸੋਧ ਦਾ ਆਰਟੀਕਲ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ ਆਰਟੀਕਲ 368 ਦੇ ਅਧੀਨ ਸਾਡੇ ਸੰਵਿਧਾਨ ਦੇ ਵਿੱਚ ਜਿਹੜੀ ਸੋਧ ਹੈ ਉਹ ਹੋ ਸਕਦੀ ਹੈ। ਤਾਂ ਜਿਹੜੀ 42ਵੀਂ ਸੋਧ ਹੋਈ 1976 ਦੇ ਵਿੱਚ, ਹੁਣ ਤੱਕ ਦੀ ਇੱਕੋ ਇੱਕ ਸੋਧ ਹੈ ਜਿਹੜੀ ਸਾਡੀ ਪ੍ਰਸਤਾਵਨਾ ਦੇ ਵਿੱਚ ਹੋਈ ਹੈ, ਤਾਂ ਉਸ ਦੇ ਵਿੱਚ ਜਿਹੜੇ 3 ਸ਼ਬਦ ਜੋੜੇ ਗਏ, ਇੱਕ ਸੀਗਾ ਸਮਾਜਵਾਦੀ, ਦੂਜਾ ਸੀਗਾ ਧਰਮ ਨਿਰਪੱਖਤਾ, ਤੀਜਾ ਸੀਗਾ ਰਾਸ਼ਟਰੀ ਏਕਤਾ ਅਤੇ ਅਖੰਡਤਾ। ਇਹ ਆਪਾਂ ਯਾਦ ਰੱਖਣਾ ਹੈ ਕਿ ਜਿਹੜਾ ਸਾਡੇ ਸੰਵਿਧਾਨ ਦੇ ਵਿੱਚ ਹੁਣ ਤੱਕ ਪ੍ਰਸਤਾਵਨਾ ਦੇ ਵਿੱਚ ਕਿੰਨੀ ਵਾਰ ਸੋਧ ਹੋ ਚੁੱਕੀ ਹੈ, ਤਾਂ ਉਹ ਇੱਕ ਵਾਰ ਹੋ ਚੁੱਕੀ ਹੈ। ਉਹ ਸੋਧ ਕਿਹੜੀ ਸੀਗੀ? 42ਵੀਂ ਸੋਧ ਸੀ, ਜਿਹੜੀ ਕਿ 1976 ਦੇ ਵਿੱਚ ਹੋਈ। ਇਸ ਜਿਹੜੀ ਅਮੈਂਡਮੈਂਟ ਹੈ ਇਹਨੂੰ ਲਘੂ ਸੰਵਿਧਾਨ ਵੀ ਆਖਿਆ ਜਾਂਦਾ ਹੈ, ਵੀ ਆਪਾਂ ਯਾਦ ਰੱਖਣਾ। ਤਾਂ ਇਹਦੇ ਵਿੱਚ 3 ਸ਼ਬਦ ਨੇ ਜਿਹੜੇ ਉਹ ਜੋੜੇ ਗਏ, ਸਮਾਜਵਾਦੀ, ਧਰਮ ਨਿਰਪੱਖ ਅਤੇ ਰਾਸ਼ਟਰੀ ਏਕਤਾ ਦੀ ਅਖੰਡਤਾ। ਇਹ ਆਪਾਂ ਯਾਦ ਰੱਖਣਾ। ਇਸ ਤੋਂ ਬਾਅਦ ਆਪਾਂ ਅੱਗੇ ਗੱਲ ਕਰ ਲਈਏ ਕਿ ਜਿਹੜੀ ਸਾਡਾ ਪ੍ਰੈਂਬਲ ਹੈ, ਪ੍ਰੈਂਬਲ ਦੇ ਵਿੱਚ ਸਾਨੂੰ ਇੱਕ ਸਹੁੰ ਆ ਜਿਹੜੀ ਅਸੀਂ ਕਹਿ ਦਿੰਦੇ ਹਾਂ ਓਥ ਹੈ, ਉਹ ਰੱਖੀ ਗਈ ਹੈ। ਇਹ ਤੁਹਾਨੂੰ ਆਮ ਕਿਤਾਬਾਂ ਦੇ ਵਿੱਚ ਵੀ ਮਿਲ ਜੂਗੀ। ਤਾਂ ਉਹਦੇ ਵਿੱਚ ਜਿਹੜੇ ਸ਼ਬਦ ਨੇ ਉਹਦੇ ਵਿੱਚ ਕਿ ਵੀ ਦ ਪੀਪਲ ਆਫ ਇੰਡੀਆ। ਇੱਥੋਂ ਸਾਨੂੰ ਇਹ ਸਿੱਧ ਹੋ ਜਾਂਦਾ ਹੈ ਕਿ ਜਿਹੜੀ ਸਾਰੀ ਪਾਵਰ ਹੈ ਉਹ ਕਿਹਦੇ ਹੱਥ ਦੇ ਵਿੱਚ ਹੈ? ਸਾਡੇ ਲੋਕਾਂ ਦੇ ਵਿੱਚ ਹੈ, ਜਨ ਸ਼ਕਤੀ ਦੇ ਵਿੱਚ ਜਿਹੜੀ ਸਾਰੀ ਪਾਵਰ ਹੈ। ਇਸ ਤੋਂ ਬਾਅਦ ਜਿਹੜੇ ਸਾਡੇ ਸ਼ਬਦ ਪੜ੍ਹਨ ਵਾਲੇ ਨੇ, ਸੋਵਰਨ, ਸੋਸ਼ਲਿਸਟ, ਸੈਕੂਲਰ, ਡੈਮੋਕ੍ਰੇਟਿਕ, ਰਿਪਬਲਿਕ। ਇਹਨਾਂ ਬਾਰੇ ਆਪਾਂ ਵੀਡੀਓ ਦੇ ਅੱਗੇ ਚਰਚਾ ਕਰਾਂਗੇ। ਇਹਨਾਂ ਦੇ ਜਿਹੜੇ ਮਤਲਬ ਸ਼ਬਦ ਨੇ ਇਹਨਾਂ ਦੇ ਅਰਥ ਕੀ ਨੇ। ਜਸਟਿਸ, ਲਿਬਰਟੀ, ਇਕੁਐਲਿਟੀ, ਫਰਟਰਨਿਟੀ ਅਤੇ ਇੰਟੀਗ੍ਰਿਟੀ, ਇਹਨਾਂ ਸ਼ਬਦਾਂ ਦੀ ਚਰਚਾ ਵੀ ਆਪਾਂ ਵੀਡੀਓ ਦੇ ਅਗਲੇ ਪੜਾਅ 'ਤੇ ਕਰਨ ਵਾਲੇ ਹਾਂ। ਤਾਂ ਇੱਥੇ ਆਪਾਂ ਇਹ ਯਾਦ ਰੱਖਣਾ ਕਿ ਜਿਹੜਾ ਸਾਡਾ ਸੰਵਿਧਾਨ 26 ਨਵੰਬਰ 1949 ਨੂੰ ਆਪਾਂ ਨੂੰ ਪਤਾ ਕਿ ਬਣ ਕੇ ਤਿਆਰ ਹੋ ਗਿਆ ਸੀਗਾ। ਤਾਂ ਉਸ ਦਿਨ ਇੱਥੇ ਸਹੁੰ ਆ ਜਿਹੜੀ ਉਹ ਗ੍ਰਹਿਣ ਕੀਤੀ ਗਈ ਸੀ ਕਾਂਸਟੀਚਿਊਟ ਅਸੈਂਬਲੀ ਵੱਲੋਂ, ਕਿ ਅਸੀਂ ਉੱਪਰ ਦਿੱਤੀਆਂ ਜਿਹੜੀਆਂ ਗੱਲਾਂ ਦੀ ਆਪਾਂ ਚਰਚਾ ਕੀਤੀ ਹੈ ਕਿ ਇਹਨਾਂ ਗੱਲਾਂ ਨੂੰ ਵਚਨਬੱਧ ਆ। ਹੁਣ ਆਪਾਂ ਅੱਗੇ ਗੱਲ ਦੇਖ ਲਈਏ ਕਿ ਪ੍ਰੈਂਬਲ ਐਜ਼ ਏ ਪਾਰਟ ਆਫ ਦਾ ਕਾਂਸਟੀਟਿਊਸ਼ਨ, ਕਿਹਦਾ ਭਾਗ ਹੈ ਨਹੀਂ ਹੈ, ਇਹਦੇ ਬਾਰੇ ਵੀ ਚਰਚਾ ਹੁੰਦੀ ਰਹੀ ਹੈ। ਆਪਾਂ ਪਹਿਲੀ ਗੱਲ ਕਰ ਲਈ ਕਿ 1949 ਦੇ ਵਿੱਚ ਜਿਹੜਾ ਸਾਡਾ ਸੰਵਿਧਾਨ ਬਣ ਕੇ ਤਿਆਰ ਹੋ ਗਿਆ ਸੀਗਾ, ਉਸ ਦਿਨ ਇਹਨੂੰ ਅਡੋਪਟ ਕੀਤਾ ਗਿਆ ਕਾਂਸਟੀਟਿਊਸ਼ਨ ਵੱਲੋਂ।
1950 ਦੇ ਵਿੱਚ ਜਿਹੜਾ 26 ਜਨਵਰੀ 1950 ਨੂੰ ਜਿਹੜਾ ਸਾਡਾ ਪ੍ਰੈਂਬਲ ਸੀਗਾ, ਇਹਨੂੰ ਆਪਾਂ ਕਹਿ ਸਕਦੇ ਇਨੈਕਟ ਕੀਤਾ ਗਿਆ। ਫਿਰ 1960 ਦੇ ਵਿੱਚ ਇੱਕ ਬਿਊਰੋਬੇਰੀ ਕੇਸ ਆਉਂਦਾ, ਇਹ ਆਪਾਂ ਯਾਦ ਰੱਖਣਾ, ਜਿਹਦੇ ਵਿੱਚ ਜਿਹੜਾ ਸੁਪਰੀਮ ਕੋਰਟ ਹੈ ਉਹ ਇਹ ਗੱਲ ਨਾਲ ਸਹਿਮਤ ਹੁੰਦਾ ਕਿ ਜਿਹੜਾ ਸਾਡਾ ਪ੍ਰੈਂਬਲ ਆ ਉਹ ਸਾਡੇ ਸੰਵਿਧਾਨ ਦਾ ਭਾਗ ਨਹੀਂ ਹੈ। ਪੇਪਰ ਦੇ ਸਾਨੂੰ ਕਿਸ ਤਰ੍ਹਾਂ ਕਈ ਤਰ੍ਹਾਂ ਦੇ ਜਿਹੜੇ ਕੇਸ ਆਉਣਗੇ, ਉਹਨਾਂ ਦੇ ਵਿੱਚ ਸਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੇ ਕੇਸ ਦੇ ਵਿੱਚ ਪ੍ਰਸਤਾਵਨਾ ਦੇ ਨਾਲ ਸਹਿਮਤੀ ਹੈ, ਕਿਹੜੇ ਦੇ ਵਿੱਚ ਅਸਹਿਮਤੀ ਪ੍ਰਗਟਾਈ ਗਈ ਹੈ। ਤਾਂ 1960 ਦਾ ਜਿਹੜਾ ਬਿਊਰੋਬੇਰੀ ਕੇਸ ਸੀਗਾ, ਇਹਦੇ ਵਿੱਚ ਜਿਹੜੀ ਸੁਪਰੀਮ ਕੋਰਟ ਸੀ ਉਹਨੇ ਜਿਹੜਾ ਭਾਰਤੀ ਸੰਵਿਧਾਨ ਦੇ ਵਿੱਚ ਪ੍ਰਸਤਾਵਨਾ ਉਹਨੂੰ ਪ੍ਰਸਤਾਵਨਾ ਨੂੰ ਭਾਰਤੀ ਸੰਵਿਧਾਨ ਦਾ ਅੰਗ ਨਹੀਂ ਮੰਨਿਆ ਸੀਗਾ। ਫਿਰ 1973 ਦੇ ਵਿੱਚ ਕੇਸ਼ਵਾਨੰਦ ਭਾਰਤੀ ਕੇਸ ਆਉਂਦਾ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਪੇਪਰ ਦੇ ਪੁਆਇੰਟ ਆਫ ਵਿਊ ਤੋਂ। ਇਹਦੇ ਵਿੱਚ ਕੀ ਹੈ, ਇਹਦੇ ਵਿੱਚ ਇਹ ਗੱਲ ਕਹੀ ਗਈ ਕਿ ਜਿਹੜਾ ਸਾਡਾ ਪ੍ਰਸਤਾਵਨਾ ਹੈ ਸਾਡੇ ਸੰਵਿਧਾਨ ਦੀ, ਉਹ ਸਾਡੇ ਸੰਵਿਧਾਨ ਦਾ ਕੀ ਹੈ, ਅੰਗ ਹੈ, ਇੱਕ ਔਰਗਨ ਹੈ। ਦੂਜੀ ਇਹਦੇ ਵਿੱਚ ਇਹ ਗੱਲ ਆਪਾਂ ਯਾਦ ਰੱਖਣੀ ਹੈ ਕਿ ਇਹਦੇ ਵਿੱਚ ਇਹ ਗੱਲ ਕਹੀ ਗਈ ਕਿ ਜਿਹੜਾ ਸਾਡਾ ਸੰਵਿਧਾਨ ਦਾ ਬੇਸਿਕ ਢਾਂਚਾ ਜੇ ਅਸੀਂ ਸੋਧ ਕਰਨੀ ਹੈ, ਸਾਡੇ ਸੰਵਿਧਾਨ ਦੇ ਬੇਸਿਕ ਢਾਂਚੇ ਨੂੰ ਆਪਾਂ ਕੋਈ ਉਹਦੇ ਨਾਲ ਵਾਇਲੇਸ਼ਨ ਨਹੀਂ ਕਰਨੀ, ਛੇੜਛਾੜ ਨਹੀਂ ਕਰਨੀ। ਜਿਹੜੇ ਉਹਦੇ ਆਪਾਂ ਕਹਿ ਸਕਦੇ ਹਾਂ ਬੇਸਿਕ ਵਰਡ ਨੇ ਉਹ ਸੇਮ ਰਹਿਣਗੇ, ਡਿਟੋ ਰਹਿਣਗੇ, ਆਪਾਂ ਉਹਦੇ ਵਿੱਚ ਐਡੀਸ਼ਨ ਕਰ ਸਕਦੇ ਹਾਂ। ਜਿਹੜਾ 1973 ਦਾ ਸਾਡਾ ਕੇਸ਼ਵਾਨੰਦ ਭਾਰਤੀ ਕੇਸ ਆਉਂਦਾ, ਇਹਦੇ ਵਿੱਚ ਆਪਾਂ ਇਹ ਗੱਲ ਯਾਦ ਰੱਖਣੀ ਹੈ। ਪਹਿਲੀ ਗੱਲ ਤਾਂ ਕਿ ਪ੍ਰਸਤਾਵਨਾ ਨੂੰ ਸੰਵਿਧਾਨ ਦਾ ਭਾਗ ਮੰਨਿਆ ਗਿਆ। ਦੂਜੀ ਗੱਲ ਇਹ ਹੈ ਕਿ ਜਿਹੜਾ ਇਹਦਾ ਬੇਸਿਕ ਢਾਂਚਾ ਹੈ ਉਹਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਛੇੜਛਾੜ ਨਹੀਂ ਕੀਤੀ ਜਾਊਗੀ। ਜੇਕਰ ਕੋਈ ਨਵਾਂ ਸ਼ਬਦ ਜੋੜਨਾ ਉਹ ਆਪਾਂ ਜੋੜ ਸਕਦੇ ਹਾਂ, ਪਰ ਜਿਹੜੇ ਪਹਿਲਾਂ ਨੇ ਉਹਨਾਂ ਦੇ ਵਿੱਚ ਕੋਈ ਸ਼ਬਦ ਆਪਾਂ ਡਿਲੀਟ ਨਹੀਂ ਕਰ ਸਕਦੇ। ਇਹ 1973 ਦੇ ਕੇਸ਼ਵਾਨੰਦ ਭਾਰਤੀ ਕੇਸ ਦੇ ਵਿੱਚ ਇਹ ਗੱਲ ਕਹੀ ਗਈ ਸੀ। ਇਸ ਤੋਂ ਬਾਅਦ 1995 ਦੇ ਵਿੱਚ LIC ਆਫ ਇੰਡੀਆ ਕੇਸ, ਜਿਹਨੂੰ LM ਸਿੰਘ ਵੀ ਵਾਲਾ ਕੇਸ ਵੀ ਬੋਲਦੇ ਹਾਂ ਆਪਾਂ, ਤਾਂ ਦੁਬਾਰੇ ਫਿਰ ਜਿਹੜਾ ਇਹ ਕੇਸ ਲੱਗਦਾ 1995 ਦੇ ਵਿੱਚ, ਅਤੇ ਸੁਪਰੀਮ ਕੋਰਟ ਦੇ ਵਿੱਚ ਦੁਬਾਰੇ ਫਿਰ ਇਹ ਗੱਲ ਕਹਿੰਦੀ ਹੈ ਕਿ ਜਿਹੜਾ ਸਾਡਾ ਪ੍ਰੈਂਬਲ ਹੈ ਉਹ ਸਾਡੇ ਕਾਂਸਟੀਟਿਊਸ਼ਨ ਦਾ, ਸਾਡੇ ਸੰਵਿਧਾਨ ਦਾ ਕੀ ਹੈ, ਇੱਕ ਅਨਿੱਖੜਵਾਂ ਅੰਗ ਹੈ, ਇੰਟੀਗਰਲ ਪਾਰਟ ਹੈ। ਫਿਰ ਅਸੀਂ ਹੁਣ ਜਿਹੜੇ ਕੀਵਰਡਸ ਨੇ ਉਹਨਾਂ ਬਾਰੇ ਚਰਚਾ ਕਰਦੇ ਹਾਂ। ਸਭ ਤੋਂ ਪਹਿਲਾਂ ਜਿਹੜਾ ਸਾਡੇ ਕੋਲ ਸ਼ਬਦ ਹੁੰਦਾ ਸੋਵਨ, ਜਿਹਨੂੰ ਅਸੀਂ ਕਹਿ ਸਕਦੇ ਹਾਂ ਪ੍ਰਭੂ ਸੱਤਾ। ਇਹਦਾ ਮਤਲਬ ਕੀ ਹੁੰਦਾ ਹੈ, ਜਿਹੜਾ ਸੋਵਨ ਵਰਡ ਹੈ, ਕਿ ਭਾਰਤ ਨਾ ਤਾਂ ਕਿਸੇ ਦੀ ਡਿਪੈਂਡੈਂਸੀ ਹੈ ਅਤੇ ਨਾ ਹੀ ਕਿਸੇ ਦਾ ਡੋਮੀਨੀਅਨ ਹੈ, ਕਿ ਭਾਰਤ ਕੀ ਹੈ, ਆਪਣੇ ਫੈਸਲੇ ਲੈਣ ਵਾਸਤੇ ਨਿਰਪੱਖ ਹੈ, ਸੁਤੰਤਰ ਹੈ, ਜਿਹੜੀਆਂ ਗੱਲਾਂ ਉਹ ਕਰਨੀਆਂ ਚਾਹੁੰਦਾ ਉਹ ਕਰ ਸਕਦਾ। ਕਹਿਣ ਤੋਂ ਭਾਵ ਉਹ ਕਿਸੇ 'ਤੇ ਨਿਰਭਰ ਨਹੀਂ ਹੈ ਕਿ ਜੇਕਰ ਉੱਪਰੋਂ ਉਹਨੂੰ ਕੋਈ ਹੁਕਮ ਹੋਊਗਾ ਤਾਂ ਉਹਨੇ ਫਿਰ ਉਹ ਕੰਮ ਕਰਨਾ, ਇਸ ਤਰ੍ਹਾਂ ਦਾ ਬਿਲਕੁਲ ਨਹੀਂ ਹੈ। ਸੋਵਨ ਦਾ ਮਤਲਬ ਇਹ ਹੈ ਕਿ ਉਹ ਆਪਣੇ ਫੈਸਲੇ ਲੈਣ ਦੇ ਵਿੱਚ ਸੁਤੰਤਰ ਹੈ, ਨਿਰਪੱਖ ਹੈ, ਜਿਸ ਤਰ੍ਹਾਂ ਦੀਆਂ ਪੋਲਿਸੀਜ਼, ਜਿਸ ਤਰ੍ਹਾਂ ਦੀਆਂ ਨੀਤੀਆਂ ਉਹਨੇ ਬਣਾਉਣੀਆਂ ਨੇ ਤਾਂ ਉਹ ਬਣਾ ਸਕਦਾ ਹੈ। ਇਸ ਤੋਂ ਬਾਅਦ ਇੱਕ ਗੱਲ ਹੋਰ ਆਉਂਦੀ ਹੈ ਕਿ ਜਿਹੜੀ ਪ੍ਰਭੂ ਸੱਤਾ ਉਹ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਅੰਦਰੂਨੀ ਹੁੰਦੀ ਹੈ, ਇੱਕ ਬਾਹਰੀ ਹੁੰਦੀ ਹੈ। 1949 ਦੇ ਵਿੱਚ ਆਪਾਂ ਇਹ ਵੀ ਗੱਲ ਇੱਥੇ ਯਾਦ ਰੱਖਣੀ ਹੈ ਕਿ ਜਿਹੜਾ ਸਾਡਾ ਭਾਰਤ ਆ ਪਹਿਲਾਂ ਅੰਗਰੇਜ਼ਾਂ ਦੀ ਕਲੋਨੀ ਰਿਹਾ, ਬਸਤੀਵਾਦ ਦੇ ਅਧੀਨ ਰਿਹਾ, ਅਤੇ ਇਸ ਤੋਂ ਬਾਅਦ ਅਸੀਂ ਕਾਮਨਵੈਲਥ ਜਿਹੜਾ ਇੱਕ ਨੇਸ਼ਨ ਬਣਿਆ ਹੋਇਆ ਉਹਦੀ ਵੀ ਮੈਂਬਰਸ਼ਿਪ ਭਾਰਤ ਕੋਲ ਹੈਗੀ ਹੈ। ਦੂਜੀ ਗੱਲ UNO ਜਿਹੜਾ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ 24 ਅਕਤੂਬਰ 1945 ਨੂੰ ਬਣਿਆ, ਇਹ ਅਸੀਂ ਯਾਦ ਰੱਖਣਾ, ਉਹਦਾ ਹੀ ਭਾਰਤ ਕੀ ਇੱਕ ਮੈਂਬਰ ਹੈ। ਪਰੰਤੂ ਇੱਥੇ ਆਪਾਂ ਜਿਹੜੀ ਗੱਲ ਕਰ ਰਹੇ ਹਾਂ ਸੋਵਰਨਟੀ ਦੀ, ਉਹ ਇਹ ਗੱਲ ਹੈ ਕਿ ਉਹਨਾਂ ਦੇ ਅਧੀਨ ਕੰਮ ਨਹੀਂ ਕਰ ਰਿਹਾ ਇਹ, ਕਿ ਜੇ UNO ਉਸ ਤਰ੍ਹਾਂ ਮਤਲਬ ਸਾਡੇ 'ਤੇ ਕੋਈ ਫੋਰਸ ਕਰਦੀ ਹੈ ਜਾਂ ਕਾਮਨਵੈਲਥ ਨੇਸ਼ਨ ਵਾਲੇ ਸਾਡੇ 'ਤੇ ਕੋਈ ਫੋਰਸ ਕਰਦੇ ਨੇ ਅਸੀਂ ਉਸ ਤਰ੍ਹਾਂ ਦਾ ਕੰਮ ਕਰਾਂਗੇ। ਭਾਰਤ ਜਿਹੜਾ ਆਪਦੀ ਨੀਤੀ ਬਣਾਉਣ ਵਾਸਤੇ ਬਿਲਕੁਲ ਸੁਤੰਤਰ ਹੈ, ਨਿਰਪੱਖ ਹੈ। ਤਾਂ ਜਿਹੜੀ ਸੋਵਰਨਟੀ ਇਹਦਾ ਮਤਲਬ ਆਪਾਂ ਸਮਝ ਲਿਆ ਹੋਣਾ ਕਿ ਸੋਵਰਨਟੀ ਦਾ ਮਤਲਬ ਕੀ ਹੈ, ਕਿ ਭਾਰਤ ਆਪਣੇ ਫੈਸਲੇ ਲੈਣ ਦੇ ਵਿੱਚ ਸੁਤੰਤਰ ਹੈ, ਨਿਰਪੱਖ ਹੈ। ਅਗਲਾ ਜਿਹੜਾ ਸਾਡੇ ਕੋਲ ਸ਼ਬਦ ਆਉਂਦਾ ਉਹ ਹੈਗਾ ਸਮਾਜਵਾਦੀ। ਇਹ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਸਾਡੇ ਸੰਵਿਧਾਨ ਦੇ ਵਿੱਚ ਜਿਹੜੀ ਸਾਡੀ ਪ੍ਰਸਤਾਵਨਾ ਹੈ ਉਹਦੇ ਵਿੱਚ ਜਿਹੜੀ ਸੋਧ ਹੋਈ 42ਵੀਂ ਸੋਧ 1976 ਦੇ ਵਿੱਚ 3 ਸ਼ਬਦ ਜੋੜੇ ਗਏ, ਤਾਂ ਸਮਾਜਵਾਦੀ ਵੀ ਉਹਦੇ ਵਿੱਚ ਇੱਕ ਸ਼ਬਦ ਹੈ। ਇਹਦੇ ਵਿੱਚ ਕੀ ਹੁੰਦਾ ਹੈ, ਸਮਾਜਵਾਦੀ ਦੇ ਵੀ ਕਈ ਟਾਈਪ ਨੇ, ਪਰ ਭਾਰਤ ਦੇ ਵਿੱਚ ਕਿਸ ਤਰ੍ਹਾਂ ਦਾ ਸਮਾਜਵਾਦ ਹੈ, ਡੈਮੋਕ੍ਰੇਟਿਕ ਸੋਸ਼ਲਿਜ਼ਮ ਹੈ। ਪੇਪਰ ਦੇ ਵਿੱਚ ਸਾਨੂੰ ਕਈ ਤਰ੍ਹਾਂ ਦਾ ਮਾਰਕਸਵਾਦੀ ਗੱਲ ਆ ਜਾਂਦੀ ਹੈ, ਸਮਾਜਵਾਦੀ ਗੱਲ ਆ ਜਾਂਦੀ ਹੈ ਕਿ ਮਾਰਕਸਵਾਦੀ ਸਮਾਜਵਾਦ ਹੈ, ਉਦਾਰਵਾਦੀ ਸਮਾਜਵਾਦ ਹੈ, ਕਿਸ ਤਰ੍ਹਾਂ ਦਾ ਸਮਾਜਵਾਦ ਹੈ। ਤਾਂ ਅਸੀਂ ਯਾਦ ਰੱਖਣਾ ਕਿ ਸਾਡਾ ਭਾਰਤ ਹੈ, ਜਿਹੜਾ ਭਾਰਤ ਦਾ ਜਿਹੜਾ ਸੰਵਿਧਾਨ ਆ ਉਹਦੇ ਵਿੱਚ ਅਸੀਂ ਕੀ ਹਾਂ, ਡੈਮੋਕ੍ਰੇਟਿਕ ਸੋਸ਼ਲਿਜ਼ਮ ਦੀ ਜਿਹੜੀ ਪ੍ਰਣਾਲੀ ਉਹਨੂੰ ਅਪਣਾਇਆ ਹੋਇਆ। ਇਹ ਮਾਰਕਸਵਾਦ ਅਤੇ ਗਾਂਧੀ ਦੇ ਜਿਹੜੇ ਸਿਧਾਂਤ ਸੀਗੇ ਦੋਨਾਂ ਦਾ ਜਿਹੜਾ ਸਮਾਜਵਾਦ ਸੀ ਉਹਦਾ ਮਿਕਸਚਰ ਹੈ, ਉਹਦਾ ਬਲੈਂਡ ਹੈ, ਅਸੀਂ ਇਹ ਕਹਿ ਸਕਦੇ ਹਾਂ। ਅਤੇ ਇਹਦੇ ਵਿੱਚ ਕੀ ਹੁੰਦਾ ਕਿ ਕਿਸੇ ਤਰ੍ਹਾਂ ਦੀ ਕੋਈ ਇਨਇਕੁਅਲਿਟੀ ਨਹੀਂ ਹੁੰਦੀ, ਅਸਮਾਨਤਾ ਨਹੀਂ ਹੁੰਦੀ, ਕਿ ਸਾਰਿਆਂ ਨੂੰ ਕੀ ਹੈ, ਬਰਾਬਰ ਵੰਡਿਆ ਜਾਂਦਾ, ਬਰਾਬਰ ਦੇਖਿਆ ਜਾਂਦਾ। ਅਗਲਾ ਜਿਹੜਾ ਸ਼ਬਦ ਹੈ ਉਹ ਹੈ ਸੈਕੂਲਰ। ਇਹਦੇ ਵਿੱਚ ਵੀ ਆਪਾਂ ਇਹ ਗੱਲ ਕਰ ਚੁੱਕੇ ਸੀਗੇ ਪਹਿਲਾਂ ਪਿਛਲੀ ਵੀਡੀਓ ਦੇ ਵਿੱਚ
ਕਿ ਸੈਕੂਲਰ ਦਾ ਮਤਲਬ ਕੀ ਹੈ ਕਿ ਸਾਡੇ ਸਟੇਟ ਦਾ ਆਪਦਾ ਕੋਈ ਧਰਮ ਨਹੀਂ ਹੈ, ਜਿਹੜੇ ਬਾਕੀ ਧਰਮ ਨੇ ਉਹਨਾਂ ਨੂੰ ਸਪੋਰਟ ਕਰਦਾ, ਉਹਨਾਂ ਦੀ ਪ੍ਰੋਟੈਕਸ਼ਨ ਦਿੰਦਾ, ਪਰ ਭਾਰਤ ਦਾ ਆਪਦਾ ਕੋਈ ਜੱਦੀ ਧਰਮ ਨਹੀਂ ਹੈ। ਜਿਸ ਤਰ੍ਹਾਂ ਮੁਸਲਿਮ ਕੰਟਰੀਜ਼ ਨੇ, ਸਾਊਦੀ ਅਰੇਬੀਆ ਵਗੈਰਾ ਆਪਾਂ ਦੇਖਦੇ ਹਾਂ ਕਿ ਉੱਥੇ ਕੀ ਹੈ, ਮੁਸਲਮਾਨ ਜਿਹੜਾ ਧਰਮ ਹੈ ਉਹ ਜ਼ਿਆਦਾ ਅਪਣਾਇਆ ਗਿਆ, ਜਾਂ ਆਪਾਂ ਕ੍ਰਿਸਚੀਅਨ ਵਾਲੇ ਕਈ ਦੇਸ਼ ਨੇ ਯੂਰਪ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਉੱਥੇ ਕ੍ਰਿਸਚਨੀ ਦੀ ਗੱਲ ਹੁੰਦੀ ਹੈ। ਪਰ ਭਾਰਤ ਕੀ ਹੈ, ਭਾਰਤ ਨਿਰਪੱਖ ਹੈ, ਸੈਕੂਲਰ ਹੈ, ਕਿਸੇ ਤਰ੍ਹਾਂ ਦੇ ਧਰਮ ਨਾਲ ਇਹਦਾ ਆਪਦਾ ਕੋਈ ਸੰਬੰਧ ਨਹੀਂ ਹੈ। ਨਿੱਜੀ ਤੌਰ ਦੇ ਉੱਤੇ ਹਰੇਕ ਤਰ੍ਹਾਂ ਦੇ ਧਰਮਾਂ ਦੀ ਇਹ ਆਦਰ ਕਰਦਾ, ਉਹਨਾਂ ਨੂੰ ਪ੍ਰੋਟੈਕਸ਼ਨ ਦਿੰਦਾ, ਉਹਨਾਂ ਦੀ ਸਪੋਰਟ ਕਰਦਾ, ਅਤੇ ਕਿਸੇ ਵਿਅਕਤੀ ਨਾਲ ਧਰਮ ਦੇ ਆਧਾਰ 'ਤੇ ਕਿਸੇ ਵੀ ਪੱਖ ਤੋਂ ਕਿਸੇ ਤਰ੍ਹਾਂ ਦਾ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ। ਇਹ ਸਾਡਾ ਸੰਵਿਧਾਨ ਕਹਿੰਦਾ ਹੈ। ਇਸ ਤੋਂ ਬਾਅਦ ਆ ਕਿ ਰਿਪਬਲਿਕ ਮਤਲਬ ਗਣਤੰਤਰੀ। ਰਿਪਬਲਿਕ ਦਾ ਮਤਲਬ ਕੀ ਹੁੰਦਾ ਹੈ ਕਿ ਜਿੱਥੋਂ ਦਾ ਜਿਹੜਾ ਮੁਖੀ ਹੁੰਦਾ, ਜਿਸੋਂ ਦਾ ਹੈੱਡ ਆਫ ਸਟੇਟ ਹੁੰਦਾ, ਜਿਵੇਂ ਆਪਾਂ ਕਹਿੰਦੇ ਰਾਸ਼ਟਰਪਤੀ ਆਪਣਾ, ਕਿ ਉਹ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਲੋਕਾਂ ਦੁਆਰਾ ਚੁਣਿਆ ਗਿਆ ਹੁੰਦਾ। ਤਾਂ ਆਪਾਂ ਇਹ ਗੱਲ ਯਾਦ ਰੱਖਣੀ ਹੈ ਕਿ ਜਿੱਥੋਂ ਜਿਹੜੀ ਕੰਟਰੀ ਦਾ ਜਿਹੜਾ ਮਤਲਬ ਹੈੱਡ ਹੈ ਉਹ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਲੋਕਾਂ ਦੁਆਰਾ ਚੁਣਿਆ ਗਿਆ, ਤਾਂ ਅਸੀਂ ਉਹਨੂੰ ਰਿਪਬਲਿਕ ਬੋਲਦੇ ਹਾਂ। ਕਿ ਭਾਰਤ ਅਸੀਂ ਬੋਲਦੇ ਹਾਂ ਕਿ ਭਾਰਤ ਕੀ ਹੈ, ਗਣਤੰਤਰੀ ਦੇਸ਼ ਹੈ। ਇਸੇ ਕਰਕੇ ਅਸੀਂ ਜਿਹੜਾ 26 ਜਨਵਰੀ ਹੈ ਉਹਨੂੰ ਗਣਤੰਤਰ ਦਿਵਸ ਦੇ ਤੌਰ ਦੇ ਉੱਤੇ ਮਨਾਉਂਦੇ ਹਾਂ। ਇਹ ਆਪਾਂ ਗੱਲ ਤੁਸੀਂ ਨੇ ਸਮਝ ਲਈ ਹੋਣੀ ਕਿ ਇਹਦੇ ਵਿੱਚ ਕੀ ਹੁੰਦਾ। ਅਗਲੀ ਜਿਹੜੀ ਗੱਲ ਹੈ ਉਹ ਹੈ ਡੈਮੋਕ੍ਰੇਟਿਕ। ਇਹਦੀ ਆਪਾਂ ਗੱਲ ਕਰ ਚੁੱਕੇ ਹਾਂ ਕਿ ਲੋਕਤੰਤਰੀ। ਅਬਰਾਹਮ ਲਿੰਕਨ ਦੀ ਆਪਾਂ ਐਗਜ਼ਾਮਪਲ ਲੈਂਦੇ ਹਾਂ ਕਿ ਲੋਕਤੰਤਰ ਲੋਕਾਂ ਲਈ ਅਤੇ ਲੋਕਾਂ ਦੁਆਰਾ ਚੁਣਿਆ ਸ਼ਾਸਨ ਹੁੰਦਾ। ਤਾਂ ਉਸੇ ਤਰ੍ਹਾਂ ਭਾਰਤ ਦੇ ਵਿੱਚ ਪ੍ਰਤੱਖ ਅਤੇ ਅਪ੍ਰਤੱਖ ਡੈਮੋਕ੍ਰੇਸੀ ਆਪਾਂ ਦੇਖਦੇ ਹਾਂ। ਡੈਮੋਕ੍ਰੇਸੀ ਜਿਹੜੇ ਰੂਪ ਹੁੰਦੇ ਨੇ ਉਹ ਇੰਟਰੈਕਟ ਹੁੰਦੇ ਨੇ। ਡਾਇਰੈਕਟ ਦੇ ਵਿੱਚ ਆਪਾਂ ਕੀ ਕਹਿੰਦੇ ਕਿ ਸਿੱਧੇ ਤੌਰ ਦੇ ਉੱਤੇ ਜਿਹੜੇ ਨੇਤਾ ਚੁਣੇ ਜਾਂਦੇ ਨੇ। ਇੰਟਰੈਕਟ ਦੇ ਵਿੱਚ ਸਾਡੇ ਚੁਣੇ ਹੋਏ ਨੁਮਾਇੰਦਿਆਂ ਦੁਆਰਾ ਅੱਗੇ ਫਿਰ ਚੁਣੇ ਜਾਂਦੇ ਨੇ, ਉਹਨਾਂ ਦੀ ਗੱਲ ਹੁੰਦੀ ਹੈ। ਇਸ ਤੋਂ ਬਾਅਦ ਆ ਗਿਆ ਜਸਟਿਸ। ਇਹਦਾ ਮਤਲਬ ਹੁੰਦਾ ਨਿਆਂ ਕਿਹੜੇ ਪੱਧਰ ਦੇ ਉੱਤੇ 3 ਭਾਗਾਂ ਦੇ ਵਿੱਚ ਬਣਦੇ ਆ ਕਿ ਸਮਾਜਿਕ ਤੌਰ 'ਤੇ, ਆਰਥਿਕ ਤੌਰ 'ਤੇ ਅਤੇ ਪੋਲੀਟੀਕਲ ਤੌਰ 'ਤੇ। ਇਹਨਾਂ ਨਿਆਂ ਨੂੰ ਆਪਾਂ ਇਸ 3 ਭਾਗਾਂ ਦੇ ਵਿੱਚ ਵੰਡ ਲਿਆ। ਤਾਂ ਇਹਨਾਂ ਰਾਹੀਂ ਕੀ ਸਾਡੀ ਜਿਹੜੀ ਸਿਕਿਉਰਿਟੀ ਹੈ, ਸਾਡੇ ਫੰਡਾਮੈਂਟਲ ਰਾਈਟਸ ਨੇ, ਸਾਡੀ DPSP ਹੈ, ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਨੇ ਜਿਹੜੇ ਉਹ ਜਿਹੜੇ ਨੇ ਕਾਇਮ ਰਹਿੰਦੇ ਨੇ। ਨਿਆਂ ਦੇ ਸਾਹਮਣੇ ਜਿਹੜੇ ਸਾਰੇ ਭਾਰਤੀ ਲੋਕ ਨੇ ਉਹ ਕੀ ਨੇ, ਸਮਾਨ ਨੇ। ਉਹਨਾਂ ਨਾਲ ਕਿਸੇ ਤਰ੍ਹਾਂ ਦਾ ਕਿਸੇ ਵੀ ਜਾਤ ਦੇ ਤੌਰ ਦੇ ਉੱਤੇ, ਰੰਗ ਦੇ ਤੌਰ 'ਤੇ, ਨਸਲ ਦੇ ਤੌਰ 'ਤੇ, ਕੌਮ ਦੇ ਤੌਰ 'ਤੇ, ਭਾਸ਼ਾ ਦੇ ਆਧਾਰ 'ਤੇ ਵਿਤਕਰਾ ਨਹੀਂ ਕੀਤਾ ਜਾਂਦਾ। ਅਗਲਾ ਸ਼ਬਦ ਹੈ ਲਿਬਰਟੀ। ਲਿਬਰਟੀ ਦਾ ਮਤਲਬ ਹੁੰਦਾ ਸੁਤੰਤਰਤਾ। ਇਹਦੇ ਵਿੱਚ ਵੀ ਆਪਾਂ ਉਹ ਦੇਖਦੇ ਹਾਂ ਕਿ ਜਿਹੜਾ ਸਾਡਾ ਆਰਟੀਕਲ 14 ਤੋਂ ਲੈ ਕੇ ਆਪਾਂ ਅੱਗੇ ਗੱਲ ਕਰਦੇ ਹਾਂ ਵੀ ਸਾਡੀ ਜਿਹੜੀ ਸਾਨੂੰ ਘੁੰਮਣ ਫਿਰਨ ਦੀ ਆਜ਼ਾਦੀ ਹੈ, ਸਾਨੂੰ ਬੋਲਣ ਦੀ ਆਜ਼ਾਦੀ ਹੈ, ਸਾਨੂੰ ਜਿਉਣ ਦੀ ਆਜ਼ਾਦੀ ਹੈ, ਅਸੀਂ ਆਪਦੇ ਵਿਊ ਐਕਸਪ੍ਰੈਸ ਕਰ ਸਕਦੇ ਹਾਂ। ਤਾਂ ਲਿਬਰਟੀ ਦਾ ਮਤਲਬ ਇੱਥੇ ਇਹੀ ਹੈ ਕਿ ਕਿਸੇ ਤਰ੍ਹਾਂ ਦੇ ਬੰਦੇ ਦੀ ਜ਼ਿੰਦਗੀ ਦੇ ਵਿੱਚ ਉਹਦੇ ਮੌਲਿਕ ਅਧਿਕਾਰਾਂ ਦਾ ਵਾਇਲੇਸ਼ਨ ਨਹੀਂ ਕੀਤਾ ਜਾ ਸਕਦਾ। ਉਹਨੂੰ ਪ੍ਰੋਪਰ ਤੌਰ 'ਤੇ ਆਪਣੀ ਜ਼ਿੰਦਗੀ ਜਿਉਣ ਦੀ ਸੁਤੰਤਰ ਆ, ਉਹਨੂੰ ਪੂਰਨ ਤੌਰ ਦੇ ਉੱਤੇ ਕੀ ਉਹਨੂੰ ਆਜ਼ਾਦੀ ਹੈ। ਇਕੁਐਲਿਟੀ ਦਾ ਮਤਲਬ ਬਰਾਬਰਤਾ। ਸਾਡਾ ਆਰਟੀਕਲ 14 ਉਹਦੇ ਵਿੱਚ ਕੀ ਹੈ, ਸਾਨੂੰ ਕਾਨੂੰਨ ਸਾਹਮਣੇ ਸਮਾਨਤਾ ਹੈ। 15 ਦੇ ਵੀ ਸਾਡੇ ਨਾਲ ਕਿਸੇ ਤਰ੍ਹਾਂ ਦਾ ਜਾਤ ਦੇ ਆਧਾਰ 'ਤੇ, ਧਰਮ ਦੇ ਆਧਾਰ 'ਤੇ, ਨਸਲ ਦੇ ਆਧਾਰ 'ਤੇ, ਸੈਕਸ ਦੇ ਆਧਾਰ 'ਤੇ, ਸਾਡੇ ਬਰਥ ਦੇ ਆਧਾਰ 'ਤੇ ਸਾਡੇ ਨਾਲ ਕਿਸ ਤਰ੍ਹਾਂ ਦਾ ਕੋਈ ਵਿਤਕਰਾ ਨਹੀਂ ਕੀਤਾ ਜਾ ਸਕਦਾ। ਆਰਟੀਕਲ 16 ਦੇ ਵਿੱਚ ਹੈ ਕਿ ਸਾਨੂੰ ਸਾਰੀਆਂ ਮੌਕਿਆਂ ਦੇ ਵਿੱਚ ਕੀ ਹੈ, ਸਮਾਨਤਾ ਹੈ। 17 ਆਰਟੀਕਲ ਬਹੁਤ ਹੀ ਇੰਪੋਰਟੈਂਟ, ਯਾਦ ਰੱਖਣਾ, ਪੇਪਰ ਦੇ ਵਿੱਚ ਪੁੱਛਣ ਵਾਲਾ ਸਵਾਲ ਹੈ ਇਹ, ਕਿ ਇਹਦੇ ਵਿੱਚ ਕੀ ਹੈ, ਸਾਡੇ ਜਿਹੜਾ ਛੂਤ ਛਾਤ ਜਾਂ ਅਨਟਚੇਬਿਲਿਟੀ ਹੈ ਇਹਦੀ ਮਨਾਹੀ ਹੈ। ਅਤੇ ਆਰਟੀਕਲ 18 ਦੇ ਵਿੱਚ ਜਿਹੜੇ ਟਾਈਟਲ ਨੇ ਇਹਨਾਂ ਨੂੰ ਅਪਣਾਉਣ ਦੀ ਮਨਾਹੀ ਕੀਤੀ ਗਈ ਹੈ। ਫਟਰਨਿਟੀ, ਇਹ ਜਿਹੜਾ ਸ਼ਬਦ ਹੈ ਇਹਦਾ ਮਤਲਬ ਹੁੰਦਾ ਬ੍ਰਦਰਹੁੱਡ, ਭਰਾਤਰੀ ਭਾਵ। ਜਿਹੜੇ ਸ਼ਬਦ ਨੇ ਮੋਸਟਲੀ ਲਿਬਰਟੀ, ਫਟਰਨਿਟੀ, ਇਹ ਫਰੈਂਚ ਰੈਵੋਲਿਊਸ਼ਨ ਜਿਹੜੀ ਹੋਈ ਉਹਦੇ ਵਿੱਚੋਂ ਲਏ ਗਏ ਸ਼ਬਦ ਨੇ। ਫਟਰਨਿਟੀ ਦਾ ਆਪਾਂ ਮਤਲਬ ਸਮਝ ਲਿਆ ਕਿ ਇਹਦਾ ਮਤਲਬ ਹੁੰਦਾ ਕਿ ਭਰਾਤਰੀ ਭਾਵ। ਇਹਦੇ ਵਿੱਚ ਕੀ ਹੈ ਕਿ ਸਾਨੂੰ ਸਾਰਿਆਂ ਨੂੰ ਸਿੰਗਲ ਸਿਟੀਜ਼ਨਸ਼ਿਪ ਹੈ, ਇਕਹਿਰੀ ਨਾਗਰਿਕਤਾ ਦੀ ਆਪਾਂ ਗੱਲ ਕੱਲ੍ਹ ਕੀਤੀ ਸੀ ਕਿ ਭਾਰਤ ਦੇ ਵਿੱਚ ਇਕਹਿਰੀ ਨਾਗਰਿਕਤਾ ਹੈ, ਜਦ ਕਿ ਅਮਰੀਕਾ ਦੇ ਵਿੱਚ 2 ਤਰ੍ਹਾਂ ਦੀ ਨਾਗਰਿਕਤਾ ਹੈ ਕਿ ਉੱਥੇ ਸਟੇਟ ਦੀ ਨਾਗਰਿਕਤਾ ਅਲੱਗ ਹੈ ਅਤੇ ਜਿਹੜਾ ਉਹਨਾਂ ਦਾ ਦੇਸ਼ ਹੈ ਉਹਦੀ ਨਾਗਰਿਕਤਾ ਅਲੱਗ ਹੈ। ਪਰ ਭਾਰਤ ਦੇ ਵਿੱਚ ਇਸ ਤਰ੍ਹਾਂ ਦਾ ਕੁਛ ਨਹੀਂ ਹੈ। ਇਸ ਤੋਂ ਬਾਅਦ ਸਾਡੇ ਕੋਲ ਫੰਡਾਮੈਂਟਲ ਡਿਊਟੀਜ਼ ਨੇ ਜਿਹੜੀਆਂ ਆਪਾਂ ਕੱਲ੍ਹ ਗੱਲ ਕੀਤੀ ਸੀ ਕਿ ਉਹਦੇ ਵਿੱਚ ਸਵਰਨ ਸਿੰਘ ਕਮੇਟੀ ਬਣੀ। 42ਵੀਂ ਸਾਡੀ ਸੋਧ ਹੁੰਦੀ ਹੈ 1976 ਦੇ ਵਿੱਚ। ਸਾਡੇ ਜਿਹੜੇ 10 ਮੌਲਿਕ ਕਰਤੱਵ ਨੇ ਉਹ ਜੋੜੇ ਗਏ ਅਤੇ 86ਵੀਂ ਸੋਧ ਹੁੰਦੀ ਹੈ, ਉਹਦੇ ਰਾਹੀਂ ਸਾਡਾ ਜਿਹੜਾ 11ਵਾਂ ਕਰਤੱਵ ਹੈ ਉਹ ਜੋੜਿਆ ਗਿਆ। ਤਾਂ ਇਹਦਾ ਮਤਲਬ ਇੱਥੇ ਇਹੀ ਹੈ ਕਿ ਕਿਸੇ ਤਰ੍ਹਾਂ ਦਾ ਕਿਸੇ ਨਾਲ ਕੋਈ ਭੇਦਭਾਵ ਨਹੀਂ, ਸਾਰੇ ਕੀ ਨੇ, ਇੱਕ ਸਮਾਨ ਨੇ। ਉਹਨਾਂ ਨਾਲ ਕਿਸੇ ਤਰ੍ਹਾਂ ਦਾ ਲਿੰਗੁਇਸਟਿਕ ਤੌਰ 'ਤੇ, ਰਿਲੀਜੀਅਸ ਤੌਰ 'ਤੇ, ਰਿਲੀਜਨ ਤੌਰ 'ਤੇ,
ਬੇਸ਼ੱਕ ਭਾਰਤ ਕੀ ਆ, ਅਨੇਕਤਾਵਾਂ ਦੇ ਵਿੱਚ ਏਕਤਾ ਦੀ ਆਪਾਂ ਗੱਲ ਕਰਦੇ ਹਾਂ ਕਿ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਭਾਰਤ ਦੇ ਵਿੱਚ ਵਿਭਿੰਨਤਾਵਾਂ ਨੇ, ਪਰੰਤੂ ਫਿਰ ਵੀ ਸਾਰਿਆਂ ਨੂੰ ਜੋੜਨ ਵਾਸਤੇ ਕੀ ਸਾਡੀ ਫਰਟਰਨਿਟੀ ਕੰਮ ਕਰਦੀ ਆ। ਸਾਡੇ ਪ੍ਰੈਂਬਲ ਦੇ ਵਿੱਚ ਇਹ ਡਿਕਲੇਅਰ ਕੀਤਾ ਗਿਆ ਕਿ ਦ ਡਿਗਨਿਟੀ ਆਫ ਦ ਇੰਡੀਵਿਜੂਅਲ ਐਂਡ ਦ ਯੂਨਿਟੀ ਐਂਡ ਇੰਟੀਗ੍ਰਿਟੀ ਆਫ ਦ ਨੇਸ਼ਨ, ਕਿ ਜੇ ਤੁਸੀਂ ਇੱਕ ਬੰਦੇ ਦਾ ਸਤਿਕਾਰ ਕਰੋਗੇ ਤਾਂ ਉਹਦੇ ਨਾਲ ਕੀ ਇੱਕ ਚੇਨ ਬਣਦੀ ਹੈ, ਚੇਨ ਬਣਨ ਦੇ ਨਾਲ ਕੀ ਹੈ ਏਕਤਾ ਬਣਦੀ ਹੈ ਕਿ ਇੱਕ ਤੇ ਇੱਕ 11 ਹੁੰਦੇ ਨੇ। ਅਤੇ ਜਿਹੜਾ ਇੰਟੀਗ੍ਰੇਟ ਸ਼ਬਦ ਹੈ, ਇੰਟੀਗ੍ਰਿਟੀ ਜਿਹੜਾ ਸ਼ਬਦ ਹੈ, ਇਹ ਵੀ ਸਾਡੀ ਜਿਹੜੀ 42ਵੀਂ ਸੋਧ ਹੋਈ ਹੈ, ਅਮੈਂਡਮੈਂਟ ਹੋਈ ਹੈ 1976 ਦੇ ਵਿੱਚ, ਉਹਦੇ ਰਾਹੀਂ ਜੋੜਿਆ ਗਿਆ। ਇਸ ਤੋਂ ਬਾਅਦ ਆਪਾਂ ਗੱਲ ਕਰੀ ਲਈ ਕਿ ਜਿਹੜੀਆਂ ਸਾਡੀਆਂ ਫੰਡਾਮੈਂਟਲ ਡਿਊਟੀਜ਼ ਨੇ ਉਹ ਆਰਟੀਕਲ 51A ਦੇ ਅਧੀਨ ਨੇ ਜਿਹੜੀਆਂ ਉਹ ਆਉਂਦੀਆਂ ਨੇ, ਅਤੇ ਹਰ ਇੱਕ ਭਾਰਤੀ ਦੀ ਇਹ ਡਿਊਟੀ ਬਣਦੀ ਹੈ, ਕਰਤੱਵ ਬਣਦਾ ਹੈ ਕਿ ਉਹ ਸਭ ਦਾ ਸਤਿਕਾਰ ਕਰੇ, ਬਰਾਬਰਤਾ ਨਾਲ ਰਹੇ, ਅਤੇ ਹਰੇਕ ਧਰਮ ਨੂੰ, ਹਰੇਕ ਨਸਲ ਨੂੰ ਮਤਲਬ ਬਣਦਾ ਜਿਹੜਾ ਦਾ ਮਾਣ ਆ ਉਹ ਮਿਲਣਾ ਚਾਹੀਦਾ। ਸੋ ਦੋਸਤੋ, ਇਹ ਸੀ ਆਪਣਾ ਭਾਰਤ ਦੀ ਜਿਹੜਾ ਸੰਵਿਧਾਨ ਹੈ ਉਹਦੀ ਪ੍ਰਸਤਾਵਨਾ ਕੀ ਹੈ, ਉਹਦੇ ਵਿੱਚ ਕਿਹੜੀਆਂ ਗੱਲਾਂ ਇਨਕਲੂਡ ਕੀਤੀਆਂ ਗਈਆਂ ਨੇ। ਤਾਂ ਤੁਸੀਂ ਨੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ, ਲਾਈਕ ਕਰਨਾ, ਅਤੇ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਉਹਨੂੰ ਸ਼ੇਅਰ ਵੀ ਜ਼ਰੂਰ ਕਰਨਾ। ਬਹੁਤ ਬਹੁਤ ਧੰਨਵਾਦ।